Hello everyone, welcome to Saval classes. CTET ਦੀ ਪੰਜਾਬੀ ਲੈਂਗੁਏਜ ਦਾ ਅੱਜ ਆਪਾਂ ਪੇਪਰ 2 ਜੋ ਕਿ 2018 ਦਸੰਬਰ ਦਾ ਹੈ ਜੀ ਤੇ ਲੈਂਗੁਏਜ ਫਸਟ ਹੈ ਇਹ ਡਿਸਕਸ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ 10 ਪੇਪਰ ਡਿਸਕਸ ਕਰ ਚੁੱਕੇ ਹਾਂ ਜੀ ਆਪਾਂ ਜੋ ਕਿ 2019 ਦੇ ਤੇ 2018 ਦੇ 10 ਪੇਪਰ ਡਿਸਕਸ ਕਰਨ ਚੱਕੇ ਹਾਂ। ਅੱਜ ਆਪਣਾ ਜਿਹੜਾ ਹੈ ਜੀ ਪੇਪਰ 11ਵਾਂ ਡਿਸਕਸ ਕਰਨ ਜਾ ਰਹੇ ਹਾਂ। ਇਸ ਦੇ ਨਾਲ ਹੀ ਇੱਕ ਛੋਟੀ ਜੀ ਜਾਣਕਾਰੀ ਤੇ ਮਹੱਤਵਪੂਰਨ ਜਾਣਕਾਰੀ ਦੇ ਦਈਏ ਤੁਹਾਨੂੰ। ਜਿਹੜੇ ਸਟੂਡੈਂਟਸ ਸੀਟੈਟ ਦੀ ਤਿਆਰੀ ਕਰਨਾ ਚਾਹੁੰਦੇ ਆ ਜੀ ਤਾਂ ਸਾਵਲ ਕਲਾਸਿਸ ਦੇ ਫ੍ਰੀ WhatsApp ਗਰੁੱਪ ਦੇ ਵਿੱਚ ਜੁਆਇਨ ਹੋਣ ਲਈ ਤੁਸੀਂ ਆਪਣਾ ਨੇਮ ਸੀਟੈਟ ਅਤੇ ਸਟੇਟ ਟਾਈਪ ਕਰਕੇ ਇਹਨਾਂ ਕੰਟੈਕਟ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰਾਓਗੇ ਜੀ। WhatsApp ਮੈਸੇਜ ਕਰੋਗੇ ਤਾਂ ਇਸ ਵੈਲਿਊ ਉੱਪਰ WhatsApp ਗਰੁੱਪ ਨਾਲ ਜੁੜ ਕੇ ਤੁਸੀਂ ਸੀਟੈਟ ਦੀ ਜਿਹੜੀ ਹੈ ਵਧੀਆ ਲੈਵਲ ਦੇ ਉੱਪਰ ਤਿਆਰੀ ਕਰ ਸਕਦੇ ਹੋ। ਇਸ ਦੇ ਨਾਲ ਹੀ ਫ੍ਰੀ ਟੈਲੀਗ੍ਰਾਮ ਗਰੁੱਪ ਹੈ ਜੀ। ਟੈਲੀਗ੍ਰਾਮ ਦੇ ਵਿੱਚ ਸਾਵਲ ਸੀਟੈਟ ਟਾਈਪ ਕਰਕੇ ਇਸ ਗਰੁੱਪ ਦੇ ਵਿੱਚ ਤੁਸੀਂ ਜੁਆਇਨ ਹੋ ਕੇ ਉਸ ਦੇ ਵਿੱਚ ਵੀ ਹਰੇਕ ਸਬਜੈਕਟ ਦੀ ਜਿਹੜੀ ਹੈ PDF ਜਿਹੜੀ ਹੈ ਤੁਸੀਂ ਉਸ ਨੂੰ ਵਿੱਚ ਤੁਸੀਂ ਰਿਸੀਵ ਕਰ ਪਾਓਗੇ ਅਤੇ ਇਸ PDF ਦੇ ਸਹਾਰੇ ਨਾਲ ਤੁਹਾਨੂੰ ਸੀਟੈਟ ਦੀ ਤਿਆਰੀ ਦੇ ਵਿੱਚ ਵਧੀਆ ਵਾਧਾ ਹੋ ਸਕੇਗਾ ਜੀ। ਇਹ ਦੋਵੇਂ ਹੀ ਗਰੁੱਪ ਬਿਲਕੁਲ ਫ੍ਰੀ ਹੈ ਜੀ, ਕੋਈ ਇਸ ਤਰ੍ਹਾਂ ਦੇ ਵਿੱਚ ਫੀਸ ਨਹੀਂ ਹੈ। ਹਾਂਜੀ, ਪੇਪਰ ਜਿਹੜਾ ਹੈ ਜੀ ਓਰੀਜਨਲ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ। ਪ੍ਰਸ਼ਨ ਨੰਬਰ 91 ਤੋਂ ਸ਼ੁਰੂ ਹੁੰਦਾ ਹੈ ਜੋ ਕਿ ਪੈਡਾਗੋਗੀ ਦੇ ਨਾਲ ਸੰਬੰਧਿਤ ਹੈ ਜੀ। ਤਾਂ ਜਿਵੇਂ ਕਿ ਆਪ ਨੂੰ ਦੱਸ ਦਈਏ ਕਿ ਸਾਵਲ ਕਲਾਸ ਦੇ ਵਿੱਚ ਆਨਲਾਈਨ ਜਿਹੜਾ ਪੇਡ ਗਰੁੱਪ ਹੈ ਜੀ ਉਹ ਬਹੁਤ ਜਲਦੀ ਸਟਾਰਟ ਹੋਣ ਜਾ ਰਿਹਾ ਹੈ। ਤਾਂ ਇਸ ਦੇ ਵਿੱਚ ਆਪਾਂ ਪੰਜਾਬੀ ਦੇ ਲਗਭਗ 20 ਜਾਂ 21 ਟੌਪਿਕ ਕਰਦੇ ਹਾਂ ਜੀ ਪੈਡਾਗੋਗੀ ਦੇ। ਠੀਕ ਹੈ, ਸਿਲੇਬਸ ਦੇ ਵਿੱਚ ਸਿਰਫ 8 ਜਾਂ 9 ਟੌਪਿਕ ਹੀ ਹੈ ਜੀ। ਇਹ 8 ਜਾਂ 9 ਟੌਪਿਕ ਕਰਕੇ ਕੋਈ ਜ਼ਿਆਦਾ ਜਿਹੜੀ ਹੈ ਤਿਆਰੀ ਨਹੀਂ ਹੋ ਜਾਂਦੀ, ਤਾਂ ਘੱਟੋ ਘੱਟ ਆਪਾਂ 20-21 ਟੌਪਿਕ ਕਰਕੇ ਇੱਕ ਚੰਗੇ ਲੈਵਲ ਦੀ ਤਿਆਰੀ ਕਰ ਲੈਂਦੇ ਹਾਂ ਤਾਂ ਸਾਰੇ ਦੇ ਸਾਰੇ ਕੁਐਸਚਨ ਜਿਹੜੇ ਹੈ ਆਪਣੇ ਠੀਕ ਹੋ ਸਕਦੇ ਆ ਜੀ। ਪ੍ਰਸ਼ਨ ਨੰਬਰ 91 ਦੇਖਦੇ ਹਾਂ ਆਪਾਂ। ਭਾਸ਼ਾ ਦੇ ਅਧਿਆਪਨ ਵਿੱਚ ਕਮਜ਼ੋਰ ਵਿਦਿਆਰਥੀਆਂ ਲਈ ਸਭ ਤੋਂ ਚੰਗਾ ਤਰੀਕਾ ਕੀ ਹੈ? ਵਿਅਕਤੀਗਤ ਅਧਿਆਪਨ, ਸਮੂਹਿਕ ਅਧਿਆਪਨ, ਬਰਾਬਰ ਦੇ ਬੱਚੇ ਨੂੰ ਪੜ੍ਹਾਉਣਾ, ਇਹ ਸਾਰੇ। ਤਾਂ ਸਭ ਤੋਂ ਜਿਹੜਾ ਤਰੀਕਾ ਹੈ ਜੀ ਵਧੀਆ ਉਹ ਹੈ ਜੀ ਵਿਅਕਤੀਗਤ ਅਧਿਆਪਨ। ਠੀਕ ਹੈ, ਤਾਂ ਬੱਚੇ ਨੂੰ ਵਿਅਕਤੀਗਤ ਰੂਪ ਦੇ ਵਿੱਚ ਪੜ੍ਹਾਇਆ ਜਾਵੇਗਾ ਤਾਂ ਉਸ ਦੀਆਂ ਜਿਹੜੀਆਂ ਕਮਜ਼ੋਰੀਆਂ ਹਨ ਜਾਂ ਤਰੁੱਟੀਆਂ ਹਨ ਜਾਂ ਅਸ਼ੁੱਧੀਆਂ ਹਨ ਤਾਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਜਿਹੜਾ ਹੈ ਦੂਰ ਕੀਤਾ ਜਾ ਸਕਦਾ ਹੈ। ਪ੍ਰਸ਼ਨ ਨੰਬਰ 92 ਦੇਖਦੇ ਹਾਂ ਜੀ। ਭਾਸ਼ਾ ਅਧਿਆਪਨ ਦੇ ਵਸਤੂਨਿਸ਼ਟ ਮੁਲਾਂਕਣ ਲਈ ਜ਼ਰੂਰੀ ਹੈ ਕਿ ਉਹ ਡੈਸ਼ ਹੋਵੇ ਜੀ। ਹਾਂਜੀ, ਮੁਲਾਂਕਣ ਜਿਵੇਂ ਕਿ ਹੈ ਜੀ ਬੱਚਿਆਂ ਦੀਆਂ ਕਮਜ਼ੋਰੀਆਂ, ਅਯੋਗਤਾਵਾਂ, ਠੀਕ ਹੈ, ਇਹ ਦੀ ਜਾਂਚ ਕਰਨ ਲਈ ਹੁੰਦਾ ਹੈ। ਤਾਂ ਮੁਲਾਂਕਣ ਦੀਆਂ ਅੱਗੇ ਕਈ ਕਿਸਮਾਂ ਹੁੰਦੀਆਂ ਜੀ, ਜਿਨ੍ਹਾਂ ਦੇ ਵਿੱਚੋਂ ਇੱਕ ਹੈ ਵਸਤੂਨਿਸ਼ਟ। ਠੀਕ ਹੈ, ਵਸਤੂਨਿਸ਼ਟ ਉੱਪਰ ਦੇ ਜਿਹੜਾ ਹੈ ਪ੍ਰਸ਼ਨ ਆ ਹੀ ਜਾਂਦਾ ਹੈ। ਤਾਂ ਇਸ ਦਾ ਲਈ ਕੀ ਜ਼ਰੂਰੀ ਹੈ ਕਿ ਉਹ ਕਿਸ ਤਰੀਕੇ ਦੀ ਹੋਵੇ। ਜਿਵੇਂ ਕਿ ਆਪਸ਼ਨ ਹੈ ਸਾਡੇ ਕੋਲ ਫਸਟ ਵਸਤੂਨਿਸ਼ਟ ਅਤੇ ਆਲੋਚਨਾਤਮਕ ਹੋਵੇ, ਜਾਂ ਬੋਧਾਤਮਕ ਅਤੇ ਵਿਵਹਾਰਿਕ ਹੋਵੇ, ਜਾਂ ਭਰੋਸੇਯੋਗ ਅਤੇ ਵੈਧ ਹੋਵੇ। ਬਿਲਕੁਲ ਜੀ, ਸਾਰੇ ਹੀ ਇਸ ਦੇ ਵਿੱਚ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ। ਇਸ ਦਾ ਸਹੀ ਆਨਸਰ ਹੈ ਜੀ 4th ਆਪਸ਼ਨ। ਇਹ ਸਾਰੇ ਉਸ ਦੇ ਵਿੱਚ ਤੱਤ ਹੋਣੇ ਚਾਹੀਦੇ ਹੈ। ਪ੍ਰਸ਼ਨ ਨੰਬਰ 93 ਦੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਅਧਿਆਪਨ ਦਾ ਉਦੇਸ਼ ਨਹੀਂ ਹੈ ਜੀ? ਨਹੀਂ ਹੈ ਉਹ ਪਹਿਚਾਨਣਾ ਆਪਾਂ। ਵਿਚਾਰਾਂ ਦੀ ਅਭਿਵਿਅਕਤੀ, ਇਹ ਸਹੀ ਹੈ ਜੀ। ਭਾਸ਼ਾ ਦੀ ਸਮਝ, ਇਹ ਵੀ ਸਹੀ ਹੈ। ਲੇਖਣ ਨਿਪੁੰਨਤਾ, ਅੱਗੇ ਦੇਖਦੇ ਹਾਂ ਸਿਰਜਣਾਤਮਕਤਾ। ਤਾਂ ਭਾਸ਼ਾ ਅਧਿਆਪਨ ਦਾ ਉਦੇਸ਼ ਨਹੀਂ ਹੈ, ਤੀਸਰਾ ਆਪਸ਼ਨ ਆਏਗਾ ਲੇਖਣ ਨਿਪੁੰਨਤਾ ਜੀ। ਬਾਕੀ ਸਾਰੇ ਹੀ ਉਸਦੇ ਉਦੇਸ਼ ਹਨ। ਪ੍ਰਸ਼ਨ ਨੰਬਰ 94 ਦੇਖਦੇ ਹਾਂ। ਭਾਸ਼ਾ ਕੌਸ਼ਲ ਦੇ ਸੰਦਰਭ ਵਿੱਚ ਕਿਹੜਾ ਕਥਨ ਠੀਕ ਨਹੀਂ ਹੈ? ਹਾਂਜੀ, ਭਾਸ਼ਾ ਕੌਸ਼ਲ ਦੇ ਸੰਦਰਭ ਵਿੱਚ ਕਿਹੜਾ ਕਥਨ ਠੀਕ ਨਹੀਂ ਹੈ ਜੀ, ਇਸ ਦੀ ਪਹਿਚਾਣ ਕਰਨੀ ਹੈ। ਭਾਸ਼ਾ ਕੌਸ਼ਲ ਦੇ ਵਿਕਾਸ ਵਿੱਚ ਵਿਵਹਾਰ ਦੀ ਤੁਲਨਾ ਵਿੱਚ ਭਾਸ਼ਾ ਦਾ ਸਿਧਾਂਤ ਵਧੇਰੇ ਮਹੱਤਵਪੂਰਨ ਹੈ। ਹਾਂਜੀ, ਠੀਕ ਹੈ ਜੀ। ਇਹ ਬੱਚੇ ਸਿਰਫ ਸੁਣਨ, ਬੋਲਣ, ਪੜ੍ਹਨ ਤੇ ਲਿਖਣ ਦੇ ਕ੍ਰਮ ਵਿੱਚ ਹੀ ਭਾਸ਼ਾ ਸਿੱਖਦੇ ਹਨ ਜੀ, ਇਹ ਨਹੀਂ ਲੱਗ ਰਿਹਾ। ਅੱਗੇ ਦੇਖਦੇ ਹਾਂ। ਸਕੂਲਾਂ ਵਿੱਚ ਪੜ੍ਹਨ ਤੇ ਲਿਖਣ ਕੌਸ਼ਲ ਉੱਪਰ ਬਲ ਦੇਣਾ ਚਾਹੀਦਾ ਹੈ। ਠੀਕ ਹੈ ਜੀ। ਭਾਸ਼ਾ ਦੇ ਸਾਰੇ ਯਾਨੀ ਕਿ ਚਾਰੇ ਕੌਸ਼ਲ ਆਪਸ ਵਿੱਚ ਸੰਬੰਧਿਤ ਹਨ ਜੀ, ਇਹ ਵੀ ਸਹੀ ਹੈ। ਤਾਂ ਇਹਨਾਂ ਦੇ ਵਿੱਚੋਂ ਦੂਸਰਾ ਆਪਸ਼ਨ ਹੈ ਜੀ ਉਹ ਕਥਨ ਠੀਕ ਨਹੀਂ ਹੈ ਜੀ। ਬੱਚੇ ਸਿਰਫ ਸੁਣਨ, ਬੋਲਣ, ਪੜ੍ਹਨ ਤੇ ਲਿਖਣ ਦੇ ਕ੍ਰਮ ਵਿੱਚ ਹੀ ਭਾਸ਼ਾ ਸਿੱਖਦੇ ਹਨ ਜੀ। ਤਾਂ ਜਿੱਥੇ ਸਿਰਫ ਆ ਜਾਂਦਾ ਤਾਂ ਉੱਥੇ ਫਿਰ ਕਾਫੀ ਉਮੀਦ ਹੁੰਦੀ ਹੈ ਕਿ ਉਹ ਪੁਆਇੰਟ ਨੈਗੇਟਿਵ ਹੋ ਹੀ ਜਾਂਦਾ ਹੈ। ਪ੍ਰਸ਼ਨ ਨੰਬਰ 95 ਦੇਖੋ ਜੀ। ਬੱਚਾ ਉਸ ਭਾਸ਼ਾ ਨੂੰ ਛੇਤੀ ਸਿੱਖ ਜਾਂਦਾ ਹੈ ਜਿਸ ਦਾ ਵਿਆਕਰਨ ਉਹ ਨਹੀਂ ਜਾਣਦਾ। ਇਹ ਕਥਨ ਕਿਸ ਦਾ ਹੈ ਜੀ?
ਹਾਂਜੀ, ਬੱਚਾ ਉਸ ਭਾਸ਼ਾ ਨੂੰ ਛੇਤੀ ਸਿੱਖ ਜਾਂਦਾ ਹੈ ਜਿਸ ਦਾ ਉਹ ਵਿਆਕਰਨ ਨਹੀਂ ਜਾਣਦਾ। ਜੇ ਵਿਆਕਰਨ ਜਾਣਦਾ ਹੋਵੇ ਤਾਂ ਫਿਰ ਉਸ ਨੂੰ ਡਰ ਰਹਿੰਦਾ ਹੈ ਕਿ ਉਹ ਬੋਲਣ ਦੇ ਵਿੱਚ ਜਾਂ ਲਿਖਣ ਦੇ ਵਿੱਚ ਜਾਂ ਭਾਸ਼ਾ ਦਾ ਕਿਸੇ ਵੀ ਰੂਪ ਦੇ ਵਿੱਚ ਪ੍ਰਯੋਗ ਕਰਨ ਲਈ ਕੀ ਹੈ ਜੀ ਕੋਈ ਗਲਤੀਆਂ ਵਿਆਕਰਨਿਕ ਰੂਪ ਜਾਂ ਨਿਯਮ ਰੂਪ ਦੇ ਵਿੱਚ ਕੋਈ ਗਲਤੀਆਂ ਨਾ ਕਰ ਲੈਣ ਜੀ, ਤਾਂ ਉਹ ਝਿਜਕੇਗਾ। ਠੀਕ ਹੈ, ਤਾਂ ਇਸ ਲਈ ਇਹ ਸਹੀ ਕਿਹਾ ਗਿਆ ਹੈ ਕਿ ਛੇਤੀ ਸਿੱਖ ਜਾਏਗਾ ਉਹ ਭਾਸ਼ਾ ਜਿਸ ਦੀ ਵਿਆਕਰਨ ਉਹ ਨਹੀਂ ਜਾਣਦਾ। ਠੀਕ ਹੈ, ਇਹ ਕਿਸ ਨੇ ਕਿਹਾ ਜੀ? ਦੇਖਦੇ ਹਾਂ। ਮਹਾਰਿਸ਼ੀ ਪਤੰਜਲੀ, ਲਾਰਡ ਸਵੀਟ, ਲਾਰਡ ਮੈਕਾਲੇ ਜਾਂ ਜੀਨ ਪਿਆਜੇ। ਤਾਂ ਇਸ ਦਾ ਸਹੀ ਆਨਸਰ ਹੈ ਜੀ ਤੀਸਰਾ ਆਪਸ਼ਨ, ਲਾਰਡ ਮੈਕਾਲੇ ਨੇ ਇਹ ਗੱਲ ਕਹੀ ਹੈ। ਪ੍ਰਸ਼ਨ ਨੰਬਰ 96 ਦੇਖਦੇ ਹਾਂ। ਜਮਾਤ ਵਿੱਚ ਪੜ੍ਹਾਉਂਦੇ ਸਮੇਂ ਵਿਦਿਆਰਥੀ ਭਾਸ਼ਾ ਬਾਰੇ ਮੁਸ਼ਕਲ ਪ੍ਰਸ਼ਨ ਅਤੇ ਸ਼ੰਕੇ ਤੁਹਾਡੇ ਸਾਹਮਣੇ ਰੱਖਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਕੀ ਕਰੋਗੇ? ਤੁਸੀਂ ਤੁਰੰਤ ਜਾ ਕੇ ਤਿਆਰੀ ਕਰੋਗੇ ਅਤੇ ਉਹਨਾਂ ਦੇ ਸ਼ੰਕਿਆਂ ਦਾ ਨਿਪਟਾਰਾ ਕਰੋਗੇ ਅਤੇ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਿਓਗੇ। ਤੁਸੀਂ ਉਹਨਾਂ ਸਾਰੇ ਪ੍ਰਸ਼ਨਾਂ ਦੇ ਸ਼ੰਕਿਆਂ ਨੂੰ ਲਿਖੋਗੇ ਅਤੇ ਅਗਲੇ ਦਿਨ ਉਹਨਾਂ ਦਾ ਉੱਤਰ ਦੇ ਕੇ ਉਹਨਾਂ ਨੂੰ ਹੱਲ ਕਰੋਗੇ। ਨੈਕਸਟ ਹੈ, ਤੁਸੀਂ ਉਹਨਾਂ ਨੂੰ ਕਹੋਗੇ ਕਿ ਉਹ ਪੁਸਤਕ ਵਿੱਚੋਂ ਪੜ੍ਹ ਕੇ ਆਪਣੇ ਪ੍ਰਸ਼ਨਾਂ ਦੇ ਉੱਤਰ ਅਤੇ ਸ਼ੰਕਿਆਂ ਦੇ ਹੱਲ ਵਾਸਤੇ ਆਪਸ ਵਿੱਚ ਚਰਚਾ ਕਰਨ। ਚੌਥਾ ਹੈ, ਤੁਸੀਂ ਅਜਿਹੇ ਵਿਦਿਆਰਥੀ ਨੂੰ ਡਾਂਟ ਕੇ ਅਨੁਸ਼ਾਸਨ ਬਣਾਈ ਰੱਖਣ ਲਈ ਕਹੋਗੇ। ਤਾਂ ਇਸ ਦਾ ਸਹੀ ਆਨਸਰ ਹੈ ਜੀ, ਕਿਉਂਕਿ ਅਧਿਆਪਕ ਤੋਂ ਪੁੱਛਿਆ ਗਿਆ ਹੈ ਤਾਂ ਅਧਿਆਪਕ ਦਾ ਫਰਜ਼ ਬਣਦਾ ਹੈ। ਇਸ ਦਾ ਸਹੀ ਆਨਸਰ ਆਏਗਾ ਜੀ ਪਹਿਲਾ, ਤੁਸੀਂ ਤੁਰੰਤ ਜਾ ਕੇ ਤਿਆਰੀ ਕਰਕੇ ਆਓਗੇ ਅਤੇ ਉਸਦੇ ਸ਼ੰਕਿਆਂ ਤੇ ਨਿਪਟਾਰਾ ਕਰੋਗੇ ਅਤੇ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿਓਗੇ। ਪ੍ਰਸ਼ਨ ਨੰਬਰ 97 ਦੇਖਦੇ ਹਾਂ। ਰੱਟਾ ਲਗਾਉਣ ਦੀ ਆਦਤ ਵਿਦਿਆਰਥੀਆਂ ਦੇ ਵਿਕਾਸ ਨੂੰ ਕੀ ਨੁਕਸਾਨ ਪਹੁੰਚਾਉਂਦਾ ਹੈ? ਉਹਨਾਂ ਦੀ ਬੁੱਧੀ ਦਾ ਵਿਕਾਸ ਨਹੀਂ ਹੁੰਦਾ, ਉਹਨਾਂ ਦਾ ਆਤਮ ਵਿਸ਼ਵਾਸ ਖਤਮ ਹੋ ਜਾਂਦਾ ਹੈ, ਉਹ ਜਮਾਤ ਦੇ ਅਧਿਆਪਨ ਤੋਂ ਅਲੱਗ-ਥਲੱਗ ਹੋ ਜਾਂਦੇ ਹਨ, ਉਹ ਪੂਰੀ ਤਰ੍ਹਾਂ ਪੜ੍ਹਾਈ ਵਿੱਚ ਧਿਆਨ ਨਹੀਂ ਦੇ ਸਕਦੇ। ਤਾਂ ਰੱਟਾ ਜਦੋਂ ਲਗਾਉਂਦੇ ਆ ਜੀ ਬੱਚੇ, ਫਿਰ ਪੜ੍ਹਾਈ ਵਿੱਚ ਧਿਆਨ ਉਹਨਾਂ ਦਾ ਨਹੀਂ ਬਣਦਾ ਜੀ। ਇਸ ਦਾ ਸਹੀ ਆਨਸਰ ਆਏਗਾ ਜੀ ਫੋਰਥ ਆਪਸ਼ਨ, ਉਹ ਪੂਰੀ ਤਰ੍ਹਾਂ ਪੜ੍ਹਾਈ ਵਿੱਚ ਧਿਆਨ ਨਹੀਂ ਦੇ ਸਕਦੇ। ਬਾਕੀ ਜਿਹੜੀਆਂ ਇਹਦੇ ਵਿੱਚ ਸਾਰੀਆਂ ਗੱਲਾਂ ਇਹਦੇ ਵਿੱਚ ਹੀ ਸ਼ਾਮਲ ਆ ਜਾਂਦੀਆਂ। ਫੋਰਥ ਆਪਸ਼ਨ ਇਜ਼ ਦਾ ਬੈਸਟ ਆਪਸ਼ਨ ਜੀ। ਠੀਕ ਹੈ, ਜਦੋਂ ਬੱਚੇ ਦਾ ਪੜ੍ਹਾਈ ਵੱਲ ਧਿਆਨ ਹੀ ਨਹੀਂ ਹੋਏਗਾ ਤਾਂ ਫਿਰ ਬੁੱਧੀ ਦਾ ਵਿਕਾਸ ਵੀ ਨਹੀਂ ਹੋਏਗਾ, ਉਸਦੇ ਵਿੱਚ ਆਤਮ ਵਿਸ਼ਵਾਸ ਵੀ ਨਹੀਂ ਆਏਗਾ। ਠੀਕ ਹੈ, ਤੇ ਅਧਿਆਪਨ ਵੀ ਜਿਹੜਾ ਹੈ ਉਹ ਅਲੱਗ-ਅਲੱਗ ਹੋ ਜਾਂਦੇ, ਯਾਨੀ ਕਿ ਫੋਰਥ ਆਪਸ਼ਨ ਜਿਹੜਾ ਹੈ ਬਿਲਕੁਲ ਸਹੀ ਆਨਸਰ ਹੈ। ਪ੍ਰਸ਼ਨ ਨੰਬਰ 98 ਦੇਖਦੇ ਹਾਂ। ਭਾਸ਼ਾ ਦੇ ਅਧਿਆਪਨ ਵਿੱਚ ਆਗਮਨਾਤਮਕ ਵਿਧੀ ਯਾਨੀ ਕਿ ਇੰਡਕਟਿਵ ਮੈਥਡ ਦਾ ਇਹ ਲਾਭ ਹੈ ਹੋ ਜਾਂਦਾ ਹੈ। ਠੀਕ ਹੈ, ਯਾਨੀ ਕਿ ਆਪਾਂ ਨੂੰ ਪਤਾ ਹੀ ਹੈ ਵਿਆਕਰਣ ਪੜ੍ਹਾਉਣ ਦੀ ਜਿਹੜੀਆਂ ਕੁਝ ਵਿਧੀਆਂ ਹਨ ਜੀ, ਜਿਵੇਂ ਕਿ ਆਗਮਨਾਤਮਕ ਤੇ ਦੂਸਰਾ ਹੈ ਜੀ ਨਿਗਮਨ। ਠੀਕ ਹੈ, ਪਹਿਲੀ ਨਿਗਮਨ ਤੇ ਦੂਸਰੀ ਆਗਮਨ ਜੀ। ਇੱਥੇ ਹੁਣ ਆਗਮਨ ਦੀ ਗੱਲ ਕੀਤੀ ਜਾ ਰਹੀ ਹੈ। ਆਗਮਨ ਹੁੰਦੀ ਹੈ ਜੀ ਬੱਚੇ ਨੂੰ ਪਹਿਲਾਂ ਉਦਾਹਰਨਾਂ ਦਿੱਤੀਆਂ ਜਾਣ। ਠੀਕ ਹੈ, ਉਹਨਾਂ ਉਦਾਹਰਨਾਂ ਦੇ ਸਹਾਰੇ ਨਾਲ ਫਿਰ ਬੱਚੇ ਨੂੰ ਜਿਹੜੇ ਨਿਯਮ ਹੈ ਉਹ ਸਪਸ਼ਟ ਕੀਤੇ ਜਾਣ ਜੀ। ਹਾਂਜੀ, ਦੇਖਦੇ ਹਾਂ ਫਿਰ ਇਸ ਦਾ ਲਾਭ ਇਹ ਹੈ, ਕੀ ਲਾਭ ਹੈ ਜੀ? ਵਿਦਿਆਰਥੀਆਂ ਨੂੰ ਘਰ ਦੇ ਕੰਮ ਨਹੀਂ ਕਰਨਾ ਪੈਂਦਾ, ਵਿਦਿਆਰਥੀਆਂ ਨੂੰ ਰੱਟਾ ਲਗਾਉਣ ਦੀ ਆਦਤ ਨਹੀਂ ਪੈਂਦੀ, ਜਮਾਤ ਵਿੱਚ ਅਨੁਸ਼ਾਸਨ ਬਰਕਰਾਰ ਰਹਿੰਦਾ ਹੈ, ਵਿਦਿਆਰਥੀ ਘੱਟ ਸਮੇਂ ਵਿੱਚ ਵਧੇਰੇ ਪੜ੍ਹ ਸਕਦਾ ਹੈ। ਤਾਂ ਇਸ ਦਾ ਆਨਸਰ ਆਏਗਾ ਜੀ ਆਪਣੇ ਕੋਲੇ ਦੂਸਰਾ ਆਪਸ਼ਨ, ਵਿਦਿਆਰਥੀਆਂ ਨੂੰ ਰੱਟਾ ਲਗਾਉਣ ਦੀ ਆਦਤ ਨਹੀਂ ਪੈਂਦੀ ਜੀ, ਕਿਉਂਕਿ ਬੱਚਿਆਂ ਨੂੰ ਉਹਨਾਂ ਦੇ ਵਿਵਹਾਰਿਕ ਗਿਆਨ ਦੇ ਨਾਲ ਜੋੜ ਕੇ ਉਹਨਾਂ ਨੂੰ ਵੱਧ ਤੋਂ ਵੱਧ ਉਦਾਹਰਨਾਂ ਕਰਵਾਈਆਂ ਜਾਂਦੀਆਂ। ਠੀਕ ਹੈ, ਜੋ ਕਿ ਉਹਨਾਂ ਨੂੰ ਪਹਿਲਾਂ ਤੋਂ ਹੀ ਗਿਆਨ ਪ੍ਰਾਪਤ ਹੁੰਦਾ ਹੈ ਜਾਂ ਦੱਸਿਆ ਗਿਆ ਹੁੰਦਾ ਹੈ, ਉਹਨਾਂ ਦੇ ਸਹਾਰੇ ਨਾਲ ਫਿਰ ਨਿਯਮ ਸਪਸ਼ਟ ਕੀਤਾ ਜਾਂਦਾ ਹੈ। ਫਿਰ ਬੱਚੇ ਨੂੰ ਰੱਟੇ ਲਗਾਉਣ ਦੀ ਕੋਈ ਲੋੜ ਨਹੀਂ ਪੈਂਦੀ। ਠੀਕ ਹੈ, ਉਹ ਵਿਵਹਾਰਿਕ ਰੂਪ ਦੇ ਵਿੱਚ ਉਸ ਕਨਸੈਪਟ ਨੂੰ ਸਿੱਖ ਲੈਂਦਾ ਹੈ। ਪ੍ਰਸ਼ਨ ਨੰਬਰ 99 ਦੇਖਦੇ ਹਾਂ ਜੀ। ਭਾਸ਼ਾ ਅਭਿਵਿਅਕਤੀ ਅਤੇ ਵਿਚਾਰ ਵਿਅਕਤ ਕਰਨ ਦਾ ਬਿਹਤਰੀਨ ਮਾਧਿਅਮ ਹੈ ਜੀ। ਪ੍ਰਚਾਰ, ਸੰਗ੍ਰਹਿ, ਆਦਾਨ ਪ੍ਰਦਾਨ ਜਾਂ ਇਹ ਸਾਰੇ। ਤਾਂ ਭਾਸ਼ਾ ਅਭਿਵਿਅਕਤੀ ਅਤੇ ਵਿਚਾਰ ਵਿਅਕਤ ਕਰਨ ਦਾ ਬਿਹਤਰੀਨ ਮਾਧਿਅਮ ਕੀ ਹੈ ਜੀ? ਆਦਾਨ ਪ੍ਰਦਾਨ ਕਰਨਾ, ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ। ਠੀਕ ਹੈ, ਪ੍ਰਸ਼ਨ ਨੰਬਰ 100 ਦੇਖੋ ਜੀ। ਭਾਰਤੀ ਬੱਚੇ ਨੂੰ ਡੈਸ਼ ਸਿੱਖਣ ਦੀ ਲੋੜ ਹੈ ਜੀ। ਮਾਂ ਬੋਲੀ ਦੀ, ਮਾਂ ਬੋਲੀ ਅਤੇ ਖੇਤਰੀ ਭਾਸ਼ਾ ਦੀ, ਮਾਂ ਬੋਲੀ ਅਤੇ ਅੰਗਰੇਜ਼ੀ ਜਾਂ ਕੋਈ ਤਿੰਨ ਭਾਸ਼ਾਵਾਂ। ਤਾਂ ਭਾਰਤੀ ਬੱਚੇ ਹੈ ਜੀ, ਠੀਕ ਹੈ, ਤਾਂ ਉਹਨਾਂ ਨੂੰ ਕੋਈ ਵੀ ਤਿੰਨ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ। ਆਪਸ਼ਨ ਨੰਬਰ 4 ਇਸ ਦਾ ਸਹੀ ਆਨਸਰ ਹੈ ਜੀ। ਠੀਕ ਹੈ, ਕੋਈ ਵੀ ਤਿੰਨ ਭਾਸ਼ਾਵਾਂ ਉਹ ਜਾਣਦਾ ਹੋਵੇ ਤਾਂ ਭਾਰਤ ਵਿੱਚ ਰਹਿ ਕੇ ਆਪਣੇ ਜਿਹੜੇ ਹੈ ਸਿੱਖਿਆ ਦਾ ਉਹ ਸਰਬਪੱਖੀ ਵਿਕਾਸ ਕਰ ਸਕਦਾ ਹੈ। ਪ੍ਰਸ਼ਨ ਨੰਬਰ 101 ਦੇਖਦੇ ਹਾਂ। ਇੱਕ ਸਮਾਵੇਸ਼ੀ ਜਮਾਤ ਵਿੱਚ ਭਾਸ਼ਾ ਅਧਿਆਪਨ ਦੀ ਇੱਕ ਚੁਣੌਤੀ ਕੀ ਹੈ ਜੀ? ਹਾਂਜੀ, ਸਮਾਵੇਸ਼ੀ ਹੁੰਦਾ ਹੈ ਇਨਕਲੂਸਿਵ ਐਜੂਕੇਸ਼ਨ। ਭਾਸ਼ਾ ਸਿਖਲਾਈ ਦੇ ਢੁਕਵੇਂ ਮਾਹੌਲ ਨੂੰ ਪੈਦਾ ਕਰਨ ਦੀ ਅਸਮਰਥਾ, ਯੋਗ ਸਿੱਖਿਆ ਸਮੱਗਰੀ ਦੀ ਘਾਟ, ਵਿਦਿਆਰਥੀਆਂ ਦੀ ਯੋਗਤਾ ਵਿੱਚ ਵਿਭਿੰਨਤਾ,
ਵਿਦਿਆਰਥੀਆਂ ਦੀ ਰੁਚੀ ਵਿੱਚ ਅਸਮਾਨਤਾ। ਹਾਂਜੀ, ਸਮਾਵੇਸ਼ੀ ਜਮਾਤ ਵਿੱਚ ਭਾਸ਼ਾ ਅਧਿਆਪਨ ਦੀ ਸਭ ਤੋਂ ਵੱਡੀ ਚੁਣੌਤੀ ਕੀ ਹੈ ਜੀ ਕਿ ਭਾਸ਼ਾ ਸਿਖਲਾਈ ਦੇ ਢੁਕਵੇਂ ਮਾਹੌਲ ਨੂੰ ਪੈਦਾ ਕਰਨ ਵਿੱਚ ਅਸਮਰਥਾ ਜਿਹੜੀ ਹੈ ਉਹ ਸਾਹਮਣੇ ਪੇਸ਼ ਹੁੰਦੀ ਹੈ ਜੀ। ਤਾਂ ਸਹੀ ਆਨਸਰ ਇਸ ਦਾ ਫਸਟ ਆਪਸ਼ਨ। ਪ੍ਰਸ਼ਨ ਨੰਬਰ ਦੂਸਰਾ ਦੇਖਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਮਾਂ ਬੋਲੀ ਅਧਿਆਪਨ ਦੇ ਗਿਆਨ ਦਾ ਉਦੇਸ਼ ਨਹੀਂ ਹੈ ਜੀ। ਮਾਂ ਬੋਲੀ ਅਧਿਆਪਨ ਦੇ ਗਿਆਨ ਦਾ ਉਦੇਸ਼ ਨਹੀਂ ਹੈ। ਭਾਸ਼ਾਈ ਤੱਤਾਂ ਦੇ ਗਿਆਨ ਦੀ ਲੋੜੀਂਦੀ ਪ੍ਰਾਪਤੀ, ਵਿਸ਼ੇ ਵਸਤੂ ਦਾ ਗਿਆਨ, ਉਚਾਰਨ ਦਾ ਗਿਆਨ, ਭਾਸ਼ਾ ਵਿੱਚ ਵਿਭਿੰਨ ਪ੍ਰਕਾਰ ਦੇ ਲੇਖਣ ਦਾ ਗਿਆਨ ਜੀ। ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਇਹ ਸਾਰੇ ਹੀ ਉਦੇਸ਼ ਹਨ, ਤੇ ਇਹਨਾਂ ਦੇ ਵਿੱਚੋਂ ਜਿਹੜਾ ਉਦੇਸ਼ ਨਹੀਂ ਹੈ ਉਹ ਤੀਸਰਾ ਆਪਸ਼ਨ ਜੀ, ਉਚਾਰਨ ਦਾ ਗਿਆਨ। ਪ੍ਰਸ਼ਨ ਨੰਬਰ 103 ਦੇਖਦੇ ਹਾਂ, ਹੇਠ ਲਿਖੇ ਵਿੱਚੋਂ ਅਧਿਆਪਨ ਦੀ ਵਿਧੀ ਕਿਹੜੀ ਹੈ। ਚੋਣ ਵਿਧੀ ਜਾਂ ਰੁਚੀ ਵਿਧੀ ਜਾਂ ਪ੍ਰੇਰਨਾ ਵਿਧੀ ਜਾਂ ਇਹ ਸਾਰੀਆਂ। ਤਾਂ ਆਪਾਂ ਨੂੰ ਅਧਿਆਪਨ ਦੀ ਵਿਧੀ ਦੇ ਵਿੱਚ ਪਤਾ ਹੀ ਹੈ ਕਿ ਚੋਣ ਕਰਨ ਦੀ ਵਿਧੀ, ਰੁਚੀ, ਪ੍ਰੇਰਨਾ ਇਹ ਸਾਰੀਆਂ ਵਿਧੀਆਂ ਹਨ ਜੀ। ਇਸ ਦਾ ਸਹੀ ਆਨਸਰ ਹੈ ਫੋਰਥ ਆਪਸ਼ਨ, ਇਹ ਸਾਰੀਆਂ। ਪ੍ਰਸ਼ਨ ਨੰਬਰ 104 ਦੇਖਦੇ ਹਾਂ, ਭਾਸ਼ਾਈ ਅਧਿਆਪਨ ਵਿੱਚ ਸ਼੍ਰਵਣ ਦ੍ਰਿਸ਼ ਸਮੱਗਰੀ ਕਿਸ ਲਈ ਉਪਯੋਗੀ ਹੈ ਜੀ। ਸ਼੍ਰਵਣ ਦ੍ਰਿਸ਼ ਸਮੱਗਰੀ ਮਤਲਬ ਸੁਣਨ ਤੇ ਦੇਖਣ ਯੋਗ ਸਮੱਗਰੀ। ਠੀਕ ਹੈ, ਸ਼ੁੱਧ ਉਚਾਰਨ, ਸ਼ੁੱਧ ਲੇਖਨ, ਸ਼ੁੱਧ ਪਾਠ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦੇ ਵਿੱਚ ਉਪਯੋਗੀ ਜਿਹੜਾ ਸਾਬਤ ਹੁੰਦਾ ਹੈ ਜੀ ਫਸਟ ਆਪਸ਼ਨ, ਸ਼ੁੱਧ ਉਚਾਰਨ। ਬੱਚਾ ਜਿਹੜਾ ਹੈ ਇਹਨਾਂ ਸਾਧਨਾਂ ਦੁਆਰਾ ਭਾਸ਼ਾ ਨੂੰ ਸ਼ੁੱਧ ਤਰੀਕੇ ਨਾਲ ਸੁਣੇਗਾ ਤੇ ਉਹਨਾਂ ਦਾ ਰੂਪ ਦੇਖੇਗਾ ਤਾਂ ਉਹਨਾਂ ਦਾ ਜਿਹੜਾ ਸ਼ੁੱਧ ਉਚਾਰਨ ਜਿਹੜਾ ਹੈ ਉਹ ਉਸਦਾ ਵਿਕਾਸ ਹੋਵੇਗਾ ਜੀ। ਪ੍ਰਸ਼ਨ ਨੰਬਰ 105 ਦੇਖਦੇ ਹਾਂ, ਉਪਚਾਰਾਤਮਕ ਸਿੱਖਿਆ ਵਿਧੀ ਕੀ ਹੈ ਜੀ। ਉਪਚਾਰਾਤਮਕ ਨੂੰ ਨਿਦਾਨਾਤਮਕ ਸਿੱਖਿਆ ਵੀ ਕਹਿ ਦਿੰਦੇ ਆ। ਸਮੱਸਿਆਵਾਂ ਦੀ ਪਹਿਚਾਣ ਕਰਨ ਦੀ ਮੁਸ਼ਕਿਲ ਦੇ ਪੱਧਰ ਨੂੰ ਵਧਾਉਂਦੀ ਹੈ, ਸਮੱਸਿਆਵਾਂ ਹੱਲ ਕਰਨ ਵਿੱਚ ਸਫਲ ਬਣਾਉਂਦੀ ਹੈ, ਸਮੱਸਿਆਵਾਂ ਨੂੰ ਬੇਤਰਤੀਬੀ ਨਾਲ ਪੇਸ਼ ਕਰਦੀ ਹੈ, ਸਮੱਸਿਆ ਲਈ ਭਾਸ਼ਾ ਸਿਧਾਂਤ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ। ਤਾਂ ਇਸ ਦਾ ਸਹੀ ਆਨਸਰ ਆਏਗਾ ਜੀ ਦੂਸਰਾ ਆਪਸ਼ਨ, ਸਮੱਸਿਆਵਾਂ ਹੱਲ ਕਰਨ ਵਿੱਚ ਸਫਲ ਬਣਾਉਂਦੀ ਹੈ ਜੀ, ਉਪਚਾਰਾਤਮਕ ਜਾਂ ਨਿਦਾਨਾਤਮਕ ਸਿੱਖਿਆ ਜੀ। ਠੀਕ ਹੈ, ਇਸ ਤੋਂ ਪਹਿਲਾਂ ਜਿਵੇਂ ਕਿ ਤਖਸ਼ੀਸ਼ੀ ਸਿੱਖਿਆ ਹੁੰਦੀ ਹੈ, ਤਖਸ਼ੀਸ਼ੀ ਸਿੱਖਿਆ ਦੇ ਨਾਲ ਜਿਹੜੀਆਂ ਸਮੱਸਿਆਵਾਂ ਨੂੰ ਲੱਭਿਆ ਜਾਂਦਾ ਹੈ ਜੀ, ਸਮੱਸਿਆ ਨੂੰ ਲੱਭਿਆ ਜਾਂਦਾ ਹੈ। ਪਰ ਉਪਚਾਰਾਤਮਕ ਜਾਂ ਨਿਦਾਨਾਤਮਕ ਸਿੱਖਿਆ ਜਿਹੜੀ ਹੈ ਲਈ ਜਾਂਦੀ ਹੈ ਉਹ ਸਮੱਸਿਆਵਾਂ ਦੇ ਫਿਰ ਹੱਲ ਕਰਨ ਦੇ ਵਿੱਚ ਸਮੱਸਿਆ ਜਿਹੜੀ ਹੈ ਉਹ ਹੱਲ ਕਰਨ ਦੇ ਵਿੱਚ ਸਫਲ ਬਣਾਉਂਦੀ ਹੈ ਜੀ। ਠੀਕ ਹੈ, ਪਹਿਲਾਂ ਸਮੱਸਿਆਵਾਂ ਨੂੰ ਤਖਸ਼ੀਸ਼ੀ ਸਿੱਖਿਆ ਦੇ ਦੁਆਰਾ ਪਹਿਚਾਣ ਕੀਤੀ ਜਾਂਦੀ ਹੈ, ਫਿਰ ਉਪਚਾਰਾਤਮਕ ਸਿੱਖਿਆ ਦੇ ਦੁਆਰਾ ਉਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। ਇਹ ਗੱਲਾਂ ਤੁਸੀਂ ਯਾਦ ਰੱਖਿਓ, ਪੇਪਰ ਦੇ ਵਿੱਚ ਬਹੁਤ ਵਾਰੀ ਜਿਹੜੀ ਹੈ ਰਿਪੀਟ ਹੋ ਜਾਂਦੇ ਆ ਅਜਿਹੇ ਕੁਐਸਚਨ। ਹਾਂਜੀ, ਇੱਕ ਹੋਰ ਮਹੱਤਵਪੂਰਨ ਜਾਣਕਾਰੀ, ਜਿਹੜੇ ਸਟੂਡੈਂਟਸ CTET ਦੀ ਤਿਆਰੀ ਕਰਨਾ ਚਾਹੁੰਦੇ ਆ ਤਾਂ ਸਾਬਲ ਕਲਾਸ ਦੇ ਵਿੱਚ ਆਨਲਾਈਨ ਪੇਡ ਗਰੁੱਪ ਜੁਆਇਨ ਕਰ ਸਕਦੇ ਆ। ਅਗਰ ਤੁਸੀਂ ETT ਕੀਤੀ ਹੋਈ ਹੈ ਜੀ ਜਾਂ ਤੁਹਾਡਾ ਸੈਕੰਡ ਪੇਪਰ ਹੈ, SST ਕੰਬੀਨੇਸ਼ਨ ਬਣਦਾ ਹੈ ਜਾਂ ਮੈਥ ਸਾਇੰਸ ਕੰਬੀਨੇਸ਼ਨ ਬਣਦਾ ਹੈ ਤਾਂ ETT ਦੇ ਫਸਟ ਪੇਪਰ ਤੇ ਸੈਕੰਡ ਪੇਪਰ ਦੀ ਤਿਆਰੀ ਸਾਬਲ ਕਲਾਸ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਟ੍ਰਿਕ ਨਾਲ ਜਿਹੜੀ ਹੈ ਕਰਵਾਈ ਜਾਂਦੀ ਹੈ। ਤਾਂ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਇਹਨਾਂ ਕੰਟੈਕਟ ਨੰਬਰ ਦੇ ਉੱਪਰ ਜਲਦੀ ਤੋਂ ਜਲਦੀ ਕੰਟੈਕਟ ਕਰਕੇ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਕੇ ਜਲਦੀ ਤੋਂ ਜਲਦੀ ਜਿਹੜੀ ਕੋਚਿੰਗ ਸਟਾਰਟ ਕਰ ਸਕਦੇ ਹੋ ਜੀ, ਤਾਂ ਕਿ ਜੋ ਆਉਣ ਵਾਲੇ CTET ਦੇ ਪੇਪਰ ਦੇ ਵਿੱਚ ਚੰਗੇ ਨੰਬਰ ਲੈ ਕੇ ਸਫਲਤਾ ਹਾਸਲ ਕੀਤੀ ਜਾ ਸਕੇ। ਬਹੁਤ ਸਾਰੇ ਸਟੂਡੈਂਟਸ ਸਾਬਲ ਕਲਾਸ ਦੇ ਵਿੱਚ CTET ਦੀ ਕੋਚਿੰਗ ਲੈ ਕੇ ਚੰਗੇ ਨੰਬਰਾਂ ਨਾਲ ਜਿਹੜੇ ਹੈ ਉਹ CTET ਜਿਹੜੇ ਹੈ ਕਰੈਕ ਕਰ ਚੁੱਕੇ ਆ ਜੀ। ਬਹੁਤ ਸਾਰੇ ਸਟੂਡੈਂਟਸ ਅਜਿਹੇ ਵੀ ਹੈ ਜੋ ਕਿ ਫਸਟ ਪੇਪਰ ਤੇ ਸੈਕੰਡ ਪੇਪਰ ਕਈ ਵਾਰ ਜਿਹੜੇ ਹੈ ਜੀ ਉਹ ਕਰੈਕ ਕਰ ਚੁੱਕੇ ਆ ਜੀ। ਤਾਂ ਜ਼ਰੂਰੀ ਹੈ ਕਿ ਸਾਬਲ ਕਲਾਸ ਜੁਆਇਨ ਕਰਕੇ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਹੈ ਕੋਚਿੰਗ ਸ਼ੁਰੂ ਕਰ ਸਕਦੇ ਹੋ। ਤਾਂ ਅੱਗੇ ਜਿਹੜਾ ਪੇਪਰ ਦੇ ਵਿੱਚ ਪਹਿਲਾ ਰਚਨਾ ਆਉਂਦਾ ਜੀ ਉਸ ਨੂੰ ਆਪਾਂ ਪੜ੍ਹਦੇ ਹਾਂ, ਉਸਦੇ ਭਾਵਾਂ ਨੂੰ, ਵਿਚਾਰਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸਦੇ ਪ੍ਰਸ਼ਨਾਂ ਦੇ ਉੱਤਰ ਡਿਸਕਸ ਕਰਾਂਗੇ। ਸਾਹਿਤ ਇੱਕ ਸੂਖਮ ਕਲਾ ਹੈ। ਇਹ ਇੱਕ ਸੂਖਮ ਕਲਾ ਦੀ ਹੈਸੀਅਤ ਵਿੱਚ ਸੁਹਜ ਸਵਾਦ ਉਪਜਾਉਣਾ ਇਸ ਦਾ ਵਿਸ਼ੇਸ਼ ਲੱਛਣ ਹੈ। ਸ਼ਾਇਦ ਇਹੀ ਇੱਕ ਅੰਤਰਸ਼ੀਲ ਗੁਣ ਹੈ ਜਿਸ ਕਰਕੇ ਸਾਹਿਤ ਲਿਖਤਾਂ ਹੋਰ ਲਿਖਤਾਂ ਨਾਲੋਂ ਵੱਖਰੇ ਸਰੂਪ ਵਾਲੀਆਂ ਹਨ। ਕਈ ਵਿਚਾਰਵਾਨ ਜਿਹੜੇ ਕਲਾ ਲਈ ਦੇ ਸਿਧਾਂਤ ਵਾਲੇ ਹਨ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਹਨ ਕਿ ਸਾਹਿਤ ਨੂੰ ਨਿਰੋਲ ਸੁਹਜ ਸਵਾਦ ਉਤਪੰਨ ਕਰਨ ਤੋਂ ਬਿਨਾਂ ਹੋਰ ਕੋਈ ਉਚੇਰਾ ਕਰਮ ਨਹੀਂ ਕਰਨਾ ਚਾਹੀਦਾ ਤੇ ਹੋਰ ਕੋਈ ਉੱਤਮ ਫਰਜ਼ ਆਪਣੇ ਜ਼ਿੰਮੇ ਨਹੀਂ ਲਾਉਣਾ ਚਾਹੀਦਾ।
ਇਹ ਸੁਹਜ ਸਵਾਦ ਨੂੰ ਹੀ ਸਾਹਿਤ ਰਚਨਾ ਦਾ ਮੂਲ ਮਨੋਰਥ ਮੰਨਦੇ ਹਨ, ਪਰੰਤੂ ਨਵੀਂ ਦ੍ਰਿਸ਼ਟੀ ਇਸ ਸਿਧਾਂਤ ਨੂੰ ਕੇਵਲ ਨਿੰਦਦੀ ਹੀ ਨਹੀਂ ਸਗੋਂ ਇਹ ਵਿਚਾਰਧਾਰਾ ਨੂੰ ਸਾਹਿਤ ਰਚਨਾ ਦਾ ਇੱਕ ਵੱਡਾ ਤੇ ਗੁਪਤ ਵੈਰੀ ਸਮਝਦੀ ਹੈ। ਇਹ ਵਿਚਾਰਵਾਨਾਂ ਦਾ ਖਿਆਲ ਹੈ ਕਿ ਸਾਹਿਤ ਪੜ੍ਹਨ ਨਾਲ ਪਾਠਕਾਂ ਦੀ ਸੋਹਜ ਤ੍ਰਿਪਤੀ ਤਾਂ ਠੀਕ ਹੁੰਦੀ ਹੈ, ਪਰ ਇਸ ਤੋਂ ਉਪਰੰਤ ਵੀ ਸਾਹਿਤ ਰਚਨਾ ਦਾ ਕੋਈ ਮਨੋਰਥ ਹੈ। ਇਹਨਾਂ ਦਾ ਵਿਚਾਰ ਹੈ ਕਿ ਜੇ ਸਾਹਿਤ ਨੂੰ ਮਨੁੱਖ ਜਾਤੀ ਤੇ ਸੰਸਾਰ ਦੇ ਭਲੇ ਲਈ ਕਿਸੇ ਹੋਰ ਦ੍ਰਿਸ਼ਟੀ ਤੋਂ ਵਰਤਿਆ ਜਾ ਸਕਦਾ ਹੈ ਤਾਂ ਉਸ ਨੂੰ ਇਸ ਸ਼ੁਭ ਸੇਵਾ ਦੀ ਕੀਰਤੀ ਤੋਂ ਕਿਉਂ ਵਾਂਝਿਆ ਰੱਖਿਆ ਜਾਵੇ। ਇਹ ਵਿਚਾਰਵਾਨ ਸਾਹਿਤ ਨੂੰ ਜਨਤਾ ਦੀ ਅਗਵਾਈ ਲਈ ਰਚਿਆ ਸਮਝਦੇ ਹਨ। ਜਿਵੇਂ ਕਿ ਕਿਸੇ ਵਿਚਾਰਵਾਨ ਨੇ ਠੀਕ ਕਿਹਾ ਹੈ ਕਿ ਸਾਹਿਤ ਜਨਤਾ ਦੀ ਡੰਗੋਰੀ ਹੈ। ਤਾਂ ਇੱਥੇ ਸਾਹਿਤ ਦੇ ਬਾਰੇ ਚਰਚਾ ਕੀਤੀ ਗਈ ਹੈ ਜੀ ਕਾਫੀ ਗਹਿਰੇ ਰੂਪ ਦੇ ਵਿੱਚ। ਤਾਂ ਆਓ ਇਸ ਦੇ ਪ੍ਰਸ਼ਨਾਂ ਨੂੰ ਆਪਾਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਪ੍ਰਸ਼ਨ ਨੰਬਰ ਹੈ 106 ਨੰਬਰ, ਸੁਖਮ ਕਲਾ ਕਿਸ ਨੂੰ ਕਿਹਾ ਗਿਆ ਹੈ ਜੀ? ਕਿਸ ਨੂੰ ਕਿਹਾ ਗਿਆ ਜੀ ਸੁਖਮ ਕਲਾ? ਫਿਲਮਾਂ ਨੂੰ, ਸਾਹਿਤ ਨੂੰ, ਸਰੂਪ ਨੂੰ ਜਾਂ ਵਿਚਾਰਵਾਨਾਂ ਨੂੰ? ਤਾਂ ਬਿਲਕੁਲ ਆਪਾਂ ਇਸ ਦੇ ਪਹਿਲੀਆਂ 2-3 ਸਤਰਾਂ ਦੇ ਵਿੱਚ ਹੀ ਗੱਲ ਕੀਤੀ ਗਈ ਹੈ। ਤਾਂ ਸਾਹਿਤ ਨੂੰ ਜਿਹੜਾ ਹੈ ਜੀ ਸੁਖਮ ਕਲਾ ਆਖਿਆ ਗਿਆ ਹੈ ਜੀ। ਆਪਸ਼ਨ ਨੰਬਰ 2 ਇਸ ਦਾ ਸਹੀ ਉੱਤਰ ਹੈ। ਹਾਂਜੀ, ਪ੍ਰਸ਼ਨ ਨੰਬਰ 107 ਦੇ ਉੱਪਰ ਚੱਲਦੇ ਹਾਂ। ਕਲਾ ਲਈ ਇੱਥੇ ਗੱਲ ਕੀਤੀ ਗਈ ਹੈ ਜੀ। ਸਿਧਾਂਤ ਵਾਲੇ ਸਾਹਿਤ ਦਾ ਕੀ ਮਨੋਰਥ ਦੱਸਦੇ ਹਨ ਜੀ? ਜਨਤਾ ਦੀ ਅਗਵਾਈ, ਮਨੁੱਖ ਜਾਤੀ ਦਾ ਭਲਾ, ਉਚੇਰਾ ਕਰਮ ਜਾਂ ਨਿਰੋਲ ਸੁਹਜ ਸਵਾਦ ਜੀ। ਤਾਂ ਇੱਥੇ ਗੱਲ ਕੀਤੀ ਗਈ ਹੈ ਨਿਰੋਲ ਸੁਹਜ ਸਵਾਦ ਦੇ ਉੱਪਰ। ਤਾਂ ਇਸ ਦਾ ਸਹੀ ਆਨਸਰ ਆਏਗਾ ਜੀ 4th ਆਪਸ਼ਨ, ਨਿਰੋਲ ਸੁਹਜ ਸਵਾਦ। ਪ੍ਰਸ਼ਨ ਨੰਬਰ 108, ਸਾਹਿਤ ਜਨਤਾ ਦਾ ਕੀ ਹੈ? ਹਾਂਜੀ, ਜਨਤਾ ਦਾ ਕੀ ਹੈ? ਵਿਗਿਆਨਕ ਸੋਚ ਜਾਂ ਕਲਾ ਜਾਂ ਡੰਗੋਰੀ ਜਾਂ ਉੱਤਮ ਫਰਜ਼ ਜੀ। ਬਿਲਕੁਲ ਅਖੀਰ ਦੇ ਵਿੱਚ ਇਹ ਗੱਲ ਕਹੀ ਗਈ ਸੀ। ਤਾਂ ਇਸ ਦਾ ਸਹੀ ਆਨਸਰ ਹੈ ਤੀਸਰਾ ਆਪਸ਼ਨ, ਸਾਹਿਤ ਜਨਤਾ ਦਾ ਡੰਗੋਰੀ ਹੈ। ਤਾਂ ਜਿਹੜੇ ਸਾਥੀ ਇਸ ਪਹਿਰਾ ਰਚਨਾ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੜੇ ਹੀ ਧਿਆਨ ਨਾਲ ਇਕਾਗਰਚਿਤ ਹੋ ਕੇ ਪੜ੍ਹਦੇ ਆ, ਸਮਝਦੇ ਆ, ਤਾਂ ਉਹਨਾਂ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਸਹੀ ਹੋ ਸਕਦੇ ਆ। ਤਾਂ ਇਹ ਪਹਿਰਾ ਰਚਨਾ ਇੱਕ ਵਧੀਆ ਲੈਵਲ ਦੇ ਉੱਪਰ ਅਭਿਆਸ ਦੀ ਮੰਗ ਕਰਦਾ ਹੈ। ਵਾਰ-ਵਾਰ ਤੁਸੀਂ ਅਭਿਆਸ ਕਰੋ, ਤਾਂ ਪੜ੍ਹਨ ਦੀ ਕੋਸ਼ਿਸ਼ ਕਰੋ, ਸਮਝਣ ਦੀ ਕੋਸ਼ਿਸ਼ ਕਰੋ, ਤਾਂ ਤੁਹਾਡਾ ਇੱਕ ਵਧੀਆ ਪ੍ਰੈਕਟਿਸ ਹੋ ਜਾਏਗੀ। ਤੁਸੀਂ ਹਰੇਕ ਪੈਰਾਗ੍ਰਾਫ ਨੂੰ ਪੜ੍ਹ ਕੇ ਉਸਦੇ ਦੇ ਸਾਰੇ ਕੁਐਸਚਨਾਂ ਦੇ ਉੱਤਰ ਸਹੀ ਦੇ ਸਕਦੇ ਹੋ। ਉਪਰੋਕਤ ਪਹਿਰੇ ਦਾ ਢੁਕਵਾਂ ਸਿਰਲੇਖ ਲਿਖੋ ਜੀ। ਕਹਾਣੀ ਜਾਂ ਕਵਿਤਾ ਜਾਂ ਸਾਹਿਤ ਵਿਗਿਆਨ ਜਾਂ ਸਾਹਿਤ ਕੀ ਹੈ? ਜਿਵੇਂ ਕਿ ਆਪਾਂ ਪਹਿਰਾ ਰਚਨਾ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹੀ ਵੇਖਿਆ ਕਿ ਸਾਹਿਤ ਕੀ ਹੈ, ਉਸ ਦੇ ਨਾਲ ਸੰਬੰਧਿਤ ਗੱਲਾਂ ਦੀ ਗੱਲ ਕੀਤੀ ਗਈ ਹੈ। ਤਾਂ ਇਸ ਦਾ ਸਹੀ ਆਨਸਰ ਹੈ ਜੀ 4th ਆਪਸ਼ਨ, ਸਾਹਿਤ ਕੀ ਹੈ। ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 110 ਦੇ ਉੱਪਰ। ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ। ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਇਸ ਤੋਂ ਪਹਿਲਾਂ ਸੀਟੈਟ ਦੇ ਪੰਜਾਬੀ ਲੈਂਗੁਏਜ ਦੇ 10 ਪੇਪਰ ਕਰ ਚੁੱਕੇ ਹਾਂ। ਅੱਜ ਹੈ ਜੀ 11ਵਾਂ। ਤਾਂ ਆਪਾਂ ਇਹੀ ਦੇਖਿਆ ਕਿ ਸਮਾਸੀ ਸ਼ਬਦ ਹਰ ਵਾਰ ਰਿਪੀਟ ਹੋ ਰਿਹਾ ਜੀ। ਤਾਂ ਸਮਾਸੀ ਸ਼ਬਦਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਆਪਸ਼ਨ ਹੈ ਪਹਿਲਾ ਨਵੀਂ ਦ੍ਰਿਸ਼ਟੀ, ਦੂਸਰਾ ਹੈ ਸੁਹਜ ਸਵਾਦ, ਤੀਸਰਾ ਹੈ ਬੇਜ਼ਬਾਨ ਜਨਤਾ ਜਾਂ ਗੁਪਤ ਵੈਰੀ। ਤਾਂ ਸਹੀ ਆਨਸਰ ਹੈ ਇਸ ਦਾ ਦੂਸਰਾ ਆਪਸ਼ਨ, ਸੁਹਜ ਸਵਾਦ। ਇਹ ਸਮਾਸੀ ਸ਼ਬਦ ਹੈ, ਬਾਕੀ ਸਮਾਸੀ ਸ਼ਬਦ ਨਹੀਂ ਹੈ। ਪ੍ਰਸ਼ਨ ਨੰਬਰ 111, ਸ਼ੁਭ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਜੀ। ਗੈਰ ਸ਼ੁਭ, ਅਸ਼ੁਭ, ਨਾਸ਼ੁਭ ਜਾਂ ਸ਼ੁਭਹੀਨ। ਤਾਂ ਸ਼ੁਭ ਸ਼ਬਦ ਦਾ ਵਿਰੋਧੀ ਸ਼ਬਦ ਹੈ ਜੀ ਅਸ਼ੁਭ। ਬੜਾ ਆਸਾਨ ਕੁਐਸਚਨ ਜੀ। ਪ੍ਰਸ਼ਨ ਨੰਬਰ 112 ਦੇਖਦੇ ਹਾਂ। ਸਾਹਿਤ ਸ਼ਬਦ ਦਾ ਬਹੁਵਚਨ ਚੁਣੋ ਜੀ। ਸਾਹਿਤ, ਸਾਹਿਤਾਂ ਜਾਂ ਸਾਹਿਤਾਵਾਂ ਜਾਂ ਬਹੁਤੇ ਸਾਹਿਤ। ਤਾਂ ਸੀਟੈਟ ਦੇ ਵਿੱਚ ਵੀ ਬਹੁਵਚਨ ਵੀ ਜਿਹੜੇ ਆ ਜੀ ਪਿਛਲੇ 2-3 ਪੇਪਰਾਂ ਦੇ ਵਿੱਚ ਆ ਗਿਆ। ਤਾਂ ਬਹੁਵਚਨ ਅਜਿਹੇ ਆ ਜਾਂਦੇ ਆ ਜਿਹੜਾ ਕਿ ਸੇਮ ਹੀ ਹੋ ਜਾਂਦੇ ਆ ਜੀ। ਠੀਕ ਹੈ, ਮਤਲਬ ਇੱਕ ਵਚਨ ਤੇ ਬਹੁਵਚਨ ਰੂਪ ਜਿਹੜਾ ਹੈ ਉਹ ਸਮਾਨ ਹੁੰਦਾ ਹੈ। ਤਾਂ ਬਿਲਕੁਲ ਸਾਹਿਤ ਦਾ ਜਿਹੜਾ ਹੈ ਸਮਾਨ ਹੀ ਬਹੁਵਚਨ ਆਏਗਾ ਜੀ। ਤਾਂ ਇਸ ਦਾ ਸਹੀ ਆਏਗਾ ਆਨਸਰ 1st ਆਪਸ਼ਨ, ਸਾਹਿਤ ਦਾ ਬਹੁਵਚਨ ਵੀ ਸਾਹਿਤ ਹੀ ਹੁੰਦਾ ਹੈ। ਕਈ ਵਾਰ ਬੜੇ ਹੀ ਆਸਾਨ ਕੁਐਸਚਨ ਆ ਜਾਂਦੇ ਆ, ਸਟੂਡੈਂਟਸ ਇਹਨਾਂ ਨੂੰ ਵੀ ਗਲਤ ਕਰ ਲੈਂਦੇ ਆ। ਪ੍ਰਸ਼ਨ ਨੰਬਰ 113 ਦੇਖਦੇ ਹਾਂ ਜੀ। ਗੁਪਤ ਸ਼ਬਦ ਦਾ ਅਰਥ ਦੱਸੋ।
स्पष्ट ਜਾਂ ਸਾਹਮਣੇ ਜਾਂ ਗੁੱਜਾ ਜਾਂ ਖੁੱਲ੍ਹੇਆਮ। ਗੁਪਤ ਜਿਹੜਾ ਕਿ ਦਿਖਾਈ ਨਾ ਦੇਵੇ ਜੀ। ਇਸ ਦਾ ਸਹੀ ਆਨਸਰ ਹੈ ਫਿਰ ਤੀਸਰਾ ਆਪਸ਼ਨ ਗੁੱਜਾ। ਹਾਂਜੀ, ਉਮੀਦ ਹੈ ਕਿ ਜੋ ਪੇਪਰ ਆਪਾਂ ਡਿਸਕਸ ਕਰ ਰਹੇ ਹਾਂ ਜੀ ਤੁਹਾਡੇ ਗਿਆਨ ਦੇ ਵਿੱਚ ਵਾਧਾ ਕਰ ਰਿਹਾ ਹੋਵੇਗਾ। ਕਾਫੀ ਵਧੀਆ ਨੌਲੇਜ ਤੁਸੀਂ ਜਿਹੜੇ ਹੈ ਪ੍ਰਾਪਤ ਕਰ ਰਹੇ ਹੋਵੋਗੇ। ਪ੍ਰਸ਼ਨ ਨੰਬਰ 114 ਦੇਖਦੇ ਹਾਂ। ਸਾਹਿਤ ਲਿਖਤਾਂ ਦਾ ਹੋਰ ਲਿਖਤਾਂ ਨਾਲ ਵਖਰੇਵੇਂ ਦਾ ਕੀ ਕਾਰਨ ਹੈ? ਸੁਹਜ ਸਵਾਦ, ਉਚੇਰਾ ਕਰਮ ਹੋਣਾ, ਗੁਪਤ ਵੈਰੀ ਹੋਣਾ ਜਾਂ ਜਨਤਾ ਦੀ ਸੇਵਾ। ਸਹੀ ਆਨਸਰ ਇਸ ਦਾ ਫੋਰਥ ਆਪਸ਼ਨ ਸੁਹਜ ਸਵਾਦ ਹੋਣਾ, ਜਿਹੜਾ ਬਾਕੀ ਲਿਖਤਾਂ ਤੋਂ ਅਲੱਗ ਇਸ ਦਾ ਰਹਿਣ ਦਾ ਇੱਕ ਕਾਰਨ ਹੈ। ਅੱਗੇ ਪੇਪਰ ਦੇ ਵਿੱਚ ਇੱਕ ਕਵਿਤਾ ਹੈ ਜੀ, ਉਸ ਨੂੰ ਪੜ੍ਹਦੇ ਹਾਂ ਅਤੇ ਉਸ ਦੇ ਪ੍ਰਸ਼ਨਾਂ ਦੇ ਉੱਤਰ ਡਿਸਕਸ ਕਰਾਂਗੇ। ਮੈਂ ਰਾਜੇ ਦੀ ਵਰਦੀ ਅੜਿਆ, ਤੂੰ ਰਾਜੇ ਦਾ ਜਾਇਆ, ਤੁਹੀਓ ਦਸ ਵੇ ਮੋਹਰਾ ਸਾਵੇਂ, ਮੁੱਲ ਦੀ ਖੋਵਣ ਤੇਲੇ, ਸਿਖਰ ਦੁਪਹਿਰੇ ਜੇਠ ਦੀਆਂ ਨੂੰ, ਸਾਉਣ ਕਿਵੇਂ ਮੈਂ ਆਖਾਂ, ਚੌਹੀ ਕੁੰਟੀ ਭਾਵੇਂ ਲੱਗਣ ਲੱਖ ਤੀਆਂ ਦੇ ਮੇਲੇ, ਤੇਰੀ ਮੇਰੀ ਪ੍ਰੀਤਾ ਅੜਿਆ, ਉਹੀਓ ਹਾਲ ਸੂ ਹੋਇਆ, ਜਿਉਂ ਚਕਵੀ ਪਹਿਚਾਨਣ ਨਾ ਸਕੀ, ਚੰਨ ਚੜਿਆ ਦਿਉ ਵੇਲੇ। ਤਾਂ ਇਹ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਹੈ ਜੀ, ਬਹੁਤ ਮਸ਼ਹੂਰ ਹੋਈ ਹੈ। ਇਸ ਨੂੰ ਆਪਾਂ ਪੜ੍ਹਿਆ ਹੈ ਤੇ ਇਸ ਦੇ ਪ੍ਰਸ਼ਨਾਂ ਦੇ ਉੱਤਰ ਦੀ ਆਪਾਂ ਜਿਹੜੇ ਹੈ ਡਿਸਕਸ ਕਰਦੇ ਹਾਂ। ਉਪਰੋਕਤ ਕਾਵ ਟੁਕੜੀ ਸ਼ਿਵ ਕੁਮਾਰ ਦੀ ਕਿਹੜੀ ਕਵਿਤਾ ਵਿੱਚੋਂ ਲਈ ਗਈ ਹੈ? ਹਾਂਜੀ, ਉਹਨਾਂ ਦੀਆਂ ਕੁਝ ਕਵਿਤਾਵਾਂ ਦੇ ਨਾਮ ਹੈ ਆਟੇ ਦੀਆਂ ਚਿੜੀਆਂ, ਕੰਡਿਆਲੀ ਥੋਰ, ਲੂਣਾ ਜਾਂ ਮੈਨੂੰ ਵਿਦਾ ਕਰੋ। ਤਾਂ ਇਹ ਜਿਹੜੀ ਹੈ ਕੰਡਿਆਲੀ ਥੋਰ ਕਵਿਤਾ ਦਾ ਕੁਝ ਜਿਹੜਾ ਹੈ 17 ਇਸ ਦੇ ਵਿੱਚ ਲਈਆਂ ਗਈਆਂ ਜੀ। ਪ੍ਰਸ਼ਨ ਆਪਸ਼ਨ ਨੰਬਰ 2 ਇਸ ਦਾ ਸਹੀ ਆਨਸਰ ਹੈ। ਪ੍ਰਸ਼ਨ ਨੰਬਰ 116 ਦੇਖਦੇ ਹਾਂ ਜੀ। ਉਪਰੋਕਤ ਕਾਵ ਸਤਰਾਂ ਵਿੱਚ ਵਰਦੀ ਸ਼ਬਦ ਦਾ ਕੀ ਅਰਥ ਹੈ? ਵਰਦੀ, ਬਦਲੀ, ਮਾਲਕਣ ਜਾਂ ਦਾਸੀ। ਇਸ ਦਾ ਸਹੀ ਆਨਸਰ ਹੈ ਜੀ ਫੋਰਥ ਆਪਸ਼ਨ ਦਾਸੀ। ਇੱਕ 117 ਨੰਬਰ। ਰਾਜੇ ਦਾ ਜਾਇਆ ਤੁਕ ਤੋਂ ਕੀ ਭਾਵ ਹੈ? ਇੱਥੇ ਵਰਦੀ ਦੀ ਗੱਲ ਕੀਤੀ ਸੀ, ਤੂੰ ਰਾਜੇ ਦਾ ਜਾਇਆ, ਰਾਜੇ ਦੇ ਘਰ ਜਾਣ ਵਾਲਾ, ਰਾਜੇ ਦਾ ਮਾਮਾ ਜਾਂ ਰਾਜੇ ਦਾ ਪੁੱਤਰ ਜਾਂ ਰਾਜੇ ਦਾ ਤਾਇਆ। ਤਾਂ ਸਹੀ ਆਨਸਰ ਹੈ ਤੀਸਰਾ ਆਪਸ਼ਨ ਤੂੰ ਰਾਜੇ ਦਾ ਜਾਇਆ, ਮਤਲਬ ਰਾਜੇ ਦਾ ਪੁੱਤਰ। ਪ੍ਰਸ਼ਨ ਨੰਬਰ 118 ਦੇਖਦੇ ਹਾਂ। ਉਪਰੋਕਤ ਕਵਿਤਾ ਵਿੱਚੋਂ ਵਰਤੇ ਗਏ ਸ਼ਬਦ ਜੇਠ ਅਤੇ ਸਾਉਣ ਕੀ ਹਨ ਜੀ? ਦੇਸੀ ਮਹੀਨੇ, ਮੇਲੇ, ਰਿਸ਼ਤੇਦਾਰ ਜਾਂ ਆਰਾਮ ਕਰਨ ਦੀਆਂ ਕਿਰਿਆਵਾਂ। ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਜੇਠ ਤੇ ਸਾਉਣ ਦੇਸੀ ਮਹੀਨਿਆਂ ਦੇ ਨਾਮ ਹਨ। ਸਹੀ ਆਨਸਰ ਹੈ ਜੀ ਫਸਟ ਆਪਸ਼ਨ ਦੇਸੀ ਮਹੀਨੇ। ਪ੍ਰਸ਼ਨ ਨੰਬਰ 119। ਚੰਨ ਚੜਿਆ ਦਿਉ ਵੇਲੇ ਤੋਂ ਕੀ ਭਾਵ ਹੈ? ਸ਼ਾਮ ਵੇਲੇ ਚੰਨ ਚੜਿਆ, ਦਿਨ ਵੇਲੇ ਚੰਨ ਚੜਿਆ, ਰਾਤ ਵੇਲੇ ਚੰਨ ਚੜਿਆ ਜਾਂ ਦੋਵੇਂ ਵੇਲੇ ਚੰਨ ਚੜਿਆ ਜੀ। ਇਸ ਦਾ ਸਹੀ ਆਨਸਰ ਆਏਗਾ ਜੀ ਦੂਸਰਾ ਆਪਸ਼ਨ ਦਿਨ ਵੇਲੇ ਚੰਨ ਚੜਿਆ ਜੀ। ਚੰਨ ਚੜਿਆ ਦਿਹੂ ਵੇਲੇ, ਦਿਹੂ ਦਾ ਮਤਲਬ ਦਿਨ। ਤਾਂ ਇਸ ਪੇਪਰ ਦਾ ਆਖਰੀ ਕੁਐਸਚਨ ਨੰਬਰ 120। ਇਸ ਕਾਵ ਟੁਕੜੀ ਵਿੱਚ ਸੰਬੋਧਨ ਕਰਤਾ ਕਿਸ ਦਾ ਵਾਸਤਾ ਪਾ ਰਹੀ ਹੈ? ਮਜ਼ਦੂਰੀ ਦਾ, ਤੀਆਂ ਦੇ ਮੇਲੇ ਦਾ, ਪਿਆਰ ਦਾ ਜਾਂ ਮੋਹਰਾਂ ਦਾ। ਤਾਂ ਇਹ ਪਾ ਰਹੀ ਹੈ ਜੀ ਵਾਸਤਾ ਪਿਆਰ ਦਾ। ਆਪਸ਼ਨ ਨੰਬਰ ਤੀਸਰਾ ਇਸ ਦਾ ਸਹੀ ਆਨਸਰ ਹੈ। ਠੀਕ ਸਾਥੀਓ, ਤਾਂ ਇਹ ਆਪਾਂ ਕੀਤਾ ਹੈ ਜੀ ਸੀਟੈਟ ਦਾ ਇੱਕ ਓਰੀਜਨਲ ਪੇਪਰ। ਜਿਹੜੇ ਹੀ ਸਾਥੀਆਂ ਨੇ ਬੈਂਕ ਦੀ, ਐਸਐਸਸੀ ਦੀ ਕੋਚਿੰਗ, ਰੇਲਵੇ ਦੀ, ਪੋਸਟ ਆਫਿਸ ਦੇ ਪੇਪਰ ਦੀ, ਨੈਟ ਦੀ, ਪੀਐਸਟੈਟ ਦੀ, ਸੀਟੈਟ ਦੀ ਜਾਂ ਪੰਜਾਬ ਗੌਰਮੈਂਟ ਦੀ ਕਿਸੇ ਵੀ ਐਗਜ਼ਾਮ ਦੀ ਜਾਂ ਕਿਸੇ ਵੀ ਸਬਜੈਕਟ ਦੇ ਮਾਸਟਰ ਕਿਟ ਦੀ ਘਰ ਬੈਠੇ ਹੀ ਐਸੇ ਹੀ ਤਰੀਕੇ ਨਾਲ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਸਾਬਰ ਕਲਾਸ ਦੇ ਵਿੱਚ ਜਲਦੀ ਤੋਂ ਜਲਦੀ ਕੰਟੈਕਟ ਕਰਕੇ ਜਿਹੜੀ ਹੈ ਕੋਚਿੰਗ ਸਟਾਰਟ ਕਰ ਸਕਦੇ ਹੋ। ਕਿਸੇ ਵੀ ਤਰੀਕੇ ਦਾ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਬਰ ਕਲਾਸ ਦੇ ਇਹਨਾਂ ਕੰਟੈਕਟਸ ਨੰਬਰ ਦੇ ਉੱਪਰ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ। ਠੀਕ ਸਟੂਡੈਂਟਸ, ਤਾਂ ਕੱਲ ਆਪਾਂ ਮਿਲਾਂਗੇ ਸੀਟੈਟ ਦੇ ਇੱਕ ਹੋਰ ਓਰੀਜਨਲ ਪੇਪਰ ਦੇ ਨਾਲ। ਤਦ ਤੱਕ ਲਈ ਥੈਂਕ ਯੂ ਵੈਰੀ ਮੱਚ।